गुरपुरब वाले दिन ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਜਿਹੜੀ ਸੀ ਲਾਈਵ ਹੋ ਕੇ ਜਿਹੜੇ ਤਿੰਨੇ ਖੇਤੀ ਕਾਨੂੰਨ ਸੀ ਉਹ ਵਾਪਸ ਲੈਣ ਦੀ ਜਿਹੜੀ ਗੱਲ ਕਹਿ ਦਿੱਤੀ ਸੀ। ਉਸ ਤੋਂ ਬਾਅਦ ਹੁਣ ਉਹਦੇ ਉੱਪਰ ਜਿਹੜੀ ਸੰਵਿਧਾਨਿਕ ਪ੍ਰਕਿਰਿਆ ਹੈ ਜਿਸ ਰਾਹੀਂ ਜਿਹੜੇ ਕਾਨੂੰਨ ਹੈ ਉਹ ਵਾਪਸ ਲੈ ਜਾਣੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ ਭਾਰਤ ਸਰਕਾਰ ਨੇ। ਜੇ ਅਸੀਂ ਗਵਾਮ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਸੀਂ ਗਵਾਈਆਂ ਆਪਣੀਆਂ ਉਹ ਕੀਮਤੀ ਜਾਨਾਂ ਜਿਨ੍ਹਾਂ ਦੀ ਗਿਣਤੀ ਜੇ ਆਪਾਂ ਦੇਖੀਏ ਤਾਂ ਤਕਰੀਬਨ 700 ਦੇ ਕੋਲ ਹੈ। 700 ਜਾਨਾਂ ਨਹੀਂ ਗਈਆਂ, 700 ਪਰਿਵਾਰਾਂ ਦੇ ਘਰ ਹਨੇਰਾ ਛਾਇਆ ਇਸ ਕਾਲੇ ਕਾਨੂੰਨਾਂ ਦੇ ਕਰਕੇ। ਚੜੂਨੀ ਸਾਹਿਬ ਦੀ ਜੇ ਆਪਾਂ ਮੰਨੀਏ ਤਾਂ ਉਹਨਾਂ ਨੇ ਇਹ ਗੱਲ ਕਰ ਦਿੱਤੀ ਹੈ ਕਿ ਜਦੋਂ ਤੱਕ ਸਾਡੇ ਕੋਲ ਸੱਤਾ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਵਾ ਅਸੀਂ ਕਾਮਯਾਬ ਨਹੀਂ ਹੋ ਸਕਦੇ। ਤਾਂ ਇਸ ਗੱਲ ਨੂੰ ਹੀ ਅੱਗੇ ਵਧਾਇਆ ਵਾ ਉਸ ਮੋਰਚੇ ਦੇ ਵਿੱਚ ਬੈਠੇ ਲੱਖਾਂ ਸੁਡਾਨਾਂ ਨੇ। ਲੱਖਾਂ ਸੁਡਾਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਜਿਹੜਾ ਪਹਿਲੇ ਨੰਬਰ ਤੇ ਮੋਰਚਾ ਸੀ, ਮੋਰਚਾ ਲਗਭਗ ਹੁਣ ਫਤਿਹ ਹੋ ਚੁੱਕਾ ਹੈ ਕਿਉਂਕਿ ਵੱਡੀ ਪ੍ਰਾਪਤੀ ਮੋਰਚੇ ਦੀ ਹੋ ਗਈ ਹੈ। ਤਾਂ ਉਹ ਆਉਂਦੇ ਸਮੇਂ ਦੇ ਵਿੱਚ ਚੋਣਾਂ ਲੜ ਸਕਦੇ ਨੇ। ਉਹਦੇ ਜਿਹੜੇ ਬਿੱਲ ਵਾਪਸ ਨਹੀਂ ਸਨ ਹੋਏ ਉਸ ਵੇਲੇ ਬੱਬੂ ਮਾਨ ਨੇ ਇਹ ਗੱਲ ਕੀਤੀ ਸੀ ਕਿ ਚਲੋ ਮੋਰਚਾ ਤਾਂ ਭਾਈ ਅਸੀਂ ਜਿੱਤੀ ਜਾਣਾ ਵਾ, ਹੁਣ ਆਪਾਂ ਇੱਕ ਫੈਸਲਾ ਕਰ ਲਈਏ ਕਿ ਆਪਾਂ ਬੱਤੀਆਂ ਤੋਂ ਇੱਕ ਕਦੋਂ ਹੋਣਾ ਵਾ। ਕੁੱਲ ਮਿਲਾ ਕੇ ਲੱਗਦਾ ਪਿਆ ਵਾ ਕਿ ਜਿੱਥੋਂ ਇਸ ਮੋਰਚੇ ਤੋਂ ਇੱਕ ਸਿਆਸੀ ਜਿਹੜੀ ਪਾਰੀਆਂ ਦੇ ਆਗਾਜ਼ ਹੋਣਗੇ ਕੁਝ ਨੇਤਾਵਾਂ ਦੇ, ਜਾਂ ਇਹ ਵੀ ਸੰਭਵ ਹੈ ਕਿ ਇੱਕ ਸਿਆਸੀ ਪਾਰਟੀ ਦਾ ਵੀ ਆਗਾਜ਼ ਹੋ ਸਕਦਾ ਵਾ। ਇਹਦੇ ਨਾਲ ਬੱਬੂ ਮਾਨ ਦੀ ਜੇ ਆਪਾਂ ਗੱਲ ਕਰੀਏ ਉਸ ਗੱਲ ਨੂੰ ਕਿ ਬੱਤੀਆਂ ਤੋਂ ਇੱਕ ਕਦੋਂ ਹੋਣਾ ਵਾ ਉਸ ਨੂੰ ਵੀ ਬੂਰ ਪੈਣ ਦਾ ਜਿਹੜਾ ਵਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਵਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੰਦੀਪ ਸਿੰਘ ਪ੍ਰੋਗਰਾਮ ਖਬਰ ਚਰਚਾ ਲੈ ਕੇ ਹਾਜ਼ਰ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਬਰਾਂ, ਉਹਨਾਂ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਹਾਂ ਜਿਹੜੇ ਸਮਾਜ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਦੋਸਤੋ, ਅਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸਾਨੀ ਸੰਘਰਸ਼ ਨੂੰ ਲੈ ਕੇ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਨੂੰ ਚੱਲਦਿਆਂ 1 ਸਾਲ ਹੋ ਚੁੱਕਾ ਵਾ ਤੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਬੈਠੇ ਨੇ ਜਾਂ ਜਿਹੜੇ ਆਮ ਲੋਕ ਬੈਠੇ ਨੇ ਉਹ ਆਪਣਾ ਜਿਹੜਾ ਕਿਸਾਨੀ ਅੰਦੋਲਨ ਦੀ ਜਿਹੜੀ ਪਹਿਲੀ ਸਾਲਗਿਰਾ ਵਾ ਉਹਨੂੰ ਮਨਾ ਰਹੇ ਨੇ। ਉਹਨਾਂ ਦੇ ਚਿਹਰੇ ਦੇ ਉੱਪਰ ਜਿਹੜੀ ਹੈ ਅੰਤਾਂ ਦੀ ਖੁਸ਼ੀ ਹੈ ਕਿਉਂਕਿ ਇੱਕ ਵੱਡੀ ਪ੍ਰਾਪਤੀ ਹੈ ਜਿਹੜੀ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਮਿਲੀ ਹੈ। ਕਿਉਂਕਿ ਆਪਾਂ ਦੇਖਦੇ ਹਾਂ ਕਿ ਗੁਰਪੁਰਬ ਵਾਲੇ ਦਿਨ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਜਿਹੜੀ ਸੀ ਲਾਈਵ ਹੋ ਕੇ ਜਿਹੜੇ ਤਿੰਨੇ ਖੇਤੀ ਕਾਨੂੰਨ ਸੀ ਉਹ ਵਾਪਸ ਲੈਣ ਦੀ ਜਿਹੜੀ ਗੱਲ ਕਹਿ ਦਿੱਤੀ ਸੀ। ਉਸ ਤੋਂ ਬਾਅਦ ਹੁਣ ਉਹਦੇ ਉੱਪਰ ਜਿਹੜੀ ਸੰਵਿਧਾਨਿਕ ਪ੍ਰਕਿਰਿਆ ਹੈ ਜਿਸ ਰਾਹੀਂ ਜਿਹੜੇ ਕਾਨੂੰਨ ਹੈ ਉਹ ਵਾਪਸ ਲੈ ਜਾਣੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਅਮਲ ਕਰਨਾ ਸ਼ੁਰੂ ਕਰ ਦਿੱਤਾ ਵਾ ਭਾਰਤ ਸਰਕਾਰ ਨੇ। ਤਾਂ ਕੁੱਲ ਮਿਲਾ ਕੇ ਇਸ ਸੰਘਰਸ਼ ਦੇ ਵਿੱਚ ਆਪਾਂ ਦੇਖੀਏ ਤਾਂ ਖੱਟਿਆ ਵੀ ਬਹੁਤ ਕੁਝ ਤੇ ਗਵਾਇਆ ਵੀ ਬਹੁਤ ਕੁਝ। ਜੇ ਅਸੀਂ ਗਵਾਉਣ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਸੀਂ ਗਵਾਈਆਂ ਆਪਣੀਆਂ ਉਹ ਕੀਮਤੀ ਜਾਨਾਂ ਜਿਨ੍ਹਾਂ ਦੀ ਗਿਣਤੀ ਜੇ ਆਪਾਂ ਦੇਖੀਏ ਤਾਂ ਤਕਰੀਬਨ 700 ਦੇ ਕੋਲ ਹੈ। 700 ਜਾਨਾਂ ਨਹੀਂ ਗਈਆਂ, 700 ਪਰਿਵਾਰਾਂ ਦੇ ਘਰ ਹਨੇਰਾ ਛਾਇਆ ਇਸ ਕਾਲੇ ਕਾਨੂੰਨਾਂ ਦੇ ਕਰਕੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਇਸ ਸੰਘਰਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਕਿ 32 ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਸਾਂਝ ਦੇਖਣ ਨੂੰ ਮਿਲੀ ਕਿ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੇ ਰੂਪ ਦੇ ਵਿੱਚ ਬੈਠੀਆਂ ਤੇ ਆਪਣੇ ਹਿੱਤਾਂ ਦੇ ਲਈ, ਆਪਣੇ ਹੱਕਾਂ ਦੇ ਲਈ ਉਹਨਾਂ ਨੇ ਜਿਹੜਾ ਸੰਘਰਸ਼ ਕੀਤਾ। ਇਸ ਅੰਦੋਲਨ ਦੀ ਇੱਕ ਵੱਡੀ ਖਾਸੀਅਤ ਇਹ ਰਹੀ ਕਿ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਹਿੰਸਾਤਮਕ ਕਾਰਵਾਈਆਂ ਜਿਹੜੀਆਂ ਕਿਸਾਨ ਧਿਰਾਂ ਵੱਲੋਂ ਨਹੀਂ ਦੇਖਣ ਨੂੰ ਮਿਲੀਆਂ। ਚਾਹੇ ਕਿ ਸਰਕਾਰਾਂ ਨੇ ਜਾਂ ਜਿਹੜੇ ਵਿਰੋਧੀ ਅੰਸਰ ਸੀ ਉਹਨਾਂ ਨੇ ਸਮੇਂ-ਸਮੇਂ ਦੇ ਉੱਪਰ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੀਆਂ ਕੁਝੀਆਂ ਚਾਲਾਂ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਇਲਾਵਾ ਇਹ ਪਹਿਲਾ ਅਜਿਹਾ ਅੰਦੋਲਨ ਸੀ ਜਿਹਦੇ ਵਿੱਚ ਜਿਹੜੇ ਰਾਜਸੀ ਨੇਤਾ ਸੀ ਉਹਨਾਂ ਨੂੰ ਮੂੰਹ ਦਿਖਾਣੀ ਪਈ ਕਿਉਂਕਿ ਕਿਸਾਨੀ ਜਿਹੜੇ ਲੀਡਰ ਸੀ ਜਾਂ ਜਿਹੜੇ ਆਮ ਕਿਸਾਨ ਸੀ ਉਹਨਾਂ ਦੇ ਰੋਹ ਅੱਗੇ ਕੋਈ ਵੀ ਜਿਹੜਾ ਰਾਜਸੀ ਨੇਤਾ ਸੀ ਉਹ ਟਿਕ ਨਹੀਂ ਸਕਿਆ, ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ। ਕਿਸੇ ਨੂੰ ਵੀ ਸਟੇਜ ਦੇ ਉੱਪਰ, ਮੰਚ ਦੇ ਉੱਪਰ ਜਿਹੜਾ ਸੀ ਰਾਜਨੀਤੀ ਕਰਨ ਦਾ ਜਿਹੜਾ ਮੌਕਾ ਨਹੀਂ ਦਿੱਤਾ। ਚਾਹੇ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਜਿਹੜੇ ਉਸ ਵੇਲੇ ਤੇ ਇਸ ਵੇਲੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਕਹਿ ਰਹੇ ਨੇ ਜਾਂ ਇਸ ਗੱਲ ਦਾ ਕ੍ਰੈਡਿਟ ਲੈ ਰਹੇ ਨੇ ਕਿ ਅਸੀਂ ਜਿਹੜੇ ਆ ਕਿਸਾਨੀ ਬਿੱਲ ਹੈ, ਕਾਨੂੰਨ ਹੈ ਜਿਹੜੇ ਉਹਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਮੈਂ ਭੂਮਿਕਾ ਨਿਭਾਈ ਹੈ। ਜਿਹੜਾ ਅਕਾਲੀ ਦਲ ਹੈ ਉਹ ਵੀ ਇਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦਾ ਪਿਆ ਵਾ, ਕਾਂਗਰਸ ਵੀ ਲੈਣ ਦੀ ਕੋਸ਼ਿਸ਼ ਕਰਦੀ ਪਈ ਹੈ। ਬੜੀ ਜਗ੍ਹਾ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਕਾਂਗਰਸ ਦੇ ਵਿਧਾਇਕਾਂ ਨੇ
ਜਿਹੜੇ ਵੱਡੇ ਵੱਡੇ ਹੋਰਡਿੰਗ ਵੀ ਲਗਾ ਦਿੱਤੇ ਨੇ ਕਿ ਇਹ ਜਿਹੜੀ ਸਾਡੀ ਜਿਹੜੀ ਕਿਸਾਨੀ ਸੰਘਰਸ਼ ਦੀ ਜਿੱਤ ਹੈ, ਮਤਲਬ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਨਹੀਂ ਮਿਲਦੀ। ਲੋਕਾਂ ਨੂੰ ਸੱਚਾਈ ਸਾਰੀ ਪਤਾ ਵੈ। ਇਸ ਅੰਦੋਲਨ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਜਿਹੜਾ ਇੱਕ ਵੱਡਾ ਪੱਖ ਸਾਹਮਣੇ ਇਹ ਆ ਰਿਹਾ ਵੇ ਕਿ ਕਿਸਾਨੀ ਬਿੱਲ ਚਾਹੇ ਵਾਪਸ ਲੈ ਲਏ ਗਏ ਨੇ ਸਰਕਾਰ ਦੇ ਕੋਲੋਂ, ਸੰਵਿਧਾਨਿਕ ਪ੍ਰਕਿਰਿਆ ਜਿਹੜੀ ਉਹਦੇ ਉੱਪਰ ਸ਼ੁਰੂ ਹੋ ਗਈ ਹੈ, ਪਰ ਕਿਸਾਨ ਅੱਜ ਵੀ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਨੇ, ਚਾਹੇ ਉਹ ਸਿੰਘੂ ਬਾਰਡਰ ਹੋਵੇ, ਚਾਹੇ ਟਿੱਕਰੀ ਬਾਰਡਰ ਹੋਵੇ, ਜਾਂ ਜਿੱਥੇ ਵੀ ਕਿਸਾਨਾਂ ਦੇ ਜਿਹੜੇ ਧਰਨੇ ਚੱਲਦੇ ਪਏ ਸੀ, ਚਾਹੇ ਉਹ ਟੋਲ ਟੈਕਸਾਂ ਦੀ ਅਸੀਂ ਗੱਲ ਕਰ ਲਈਏ, ਚਾਹੇ ਹੋਰ ਮਹੱਤਵਪੂਰਨ ਥਾਵਾਂ ਦੇ ਉੱਪਰ, ਉਹ ਉਵੇਂ ਹੀ ਚੱਲਦੇ ਪਏ ਨੇ। ਤਾਂ ਕਿਸਾਨਾਂ ਦੀ ਇੱਥੇ ਅਜੇ ਤੱਕ ਇਹ ਮੰਗ ਹੈ ਕਿ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਰੱਦ ਹੋ ਜਾਣਗੇ। ਉਸ ਤੋਂ ਬਾਅਦ ਵੀ ਇੱਕ ਗੱਲ ਜ਼ਰੂਰੀ ਹੈ ਕਿ MSP ਦੇ ਉੱਪਰ ਵੀ ਜਿਹੜਾ ਕਾਨੂੰਨ ਬਣਾਇਆ ਜਾਵੇ। ਜਦੋਂ ਤੱਕ MSP ਦੇ ਉੱਪਰ ਕਾਨੂੰਨ ਨਹੀਂ ਬਣਾਇਆ ਜਾਂਦਾ, ਅਸੀਂ ਜਿਹੜਾ ਵਾ ਮੋਰਚਾ ਛੱਡ ਕੇ ਵਾਪਸ ਨਹੀਂ ਆਵਾਂਗੇ, ਕਿਉਂਕਿ ਜਿਹੜੀ ਇੱਕ ਮੁੱਖ ਮੰਗ MSP ਦੇ ਉੱਪਰ ਵੀ ਹੈ। ਚਾਹੇ ਕਿ ਅੱਜ ਜਿਹੜੇ ਖੇਤੀ ਮੰਤਰੀ ਨੇ ਤੋਮਰ, ਉਹਨਾਂ ਨੇ ਇੱਕ ਵੱਡਾ ਬਿਆਨ ਵੀ ਦੇ ਦਿੱਤਾ ਇਸ ਮਸਲੇ ਦੇ ਉੱਪਰ, ਤੇ ਇਹ ਕਹਿ ਦਿੱਤਾ ਵਾ ਕਿ ਪਰਾਲੀ ਸਾੜਨਾ ਜਿਹੜਾ ਹੁਣ ਜੁਰਮ ਨਹੀਂ ਹੈ। ਕਹਿਣ ਦਾ ਭਾਵ ਕਿ ਜਿਹੜਾ ਪਰਾਲੀ ਸਾੜਨ ਦੇ ਨਾਮ ਦੇ ਉੱਪਰ ਵੱਡੇ ਵੱਡੇ ਜੁਰਮਾਨੇ ਜਿਹੜੇ ਐਲਾਨ ਕੀਤੇ ਸੀ, ਜਾਂ ਜਿਹੜੇ ਪ੍ਰਵਾਦਾਨ ਬਣਾਏ ਸੀ, ਉਹਨਾਂ ਤੋਂ ਵੀ ਹੁਣ ਸਰਕਾਰ ਜਿਹੜੀ ਹੈ ਬੈਕਫੁੱਟ ਤੇ ਆ ਗਈ ਹੈ। ਕਿਉਂਕਿ ਸਰਕਾਰ ਜਿਹੜਾ ਵੈ ਸਿਰਫ ਪਰਾਲੀ ਸਾੜਨ ਵਾਲੇ ਮਸਲੇ ਦੇ ਉੱਪਰ ਇਹ ਗੱਲਾਂ ਕਰਦੀ ਨਹੀਂ, ਪਰ ਪਰਾਲੀ ਦਾ ਆਲਟਰਨੇਟਿਵ ਦੇਣ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ। ਚਾਹੇ ਮੌਜੂਦਾ ਸਰਕਾਰਾਂ ਦੀ ਅਸੀਂ ਸੂਬਾ ਸਰਕਾਰ ਪੰਜਾਬ ਦੀ ਗੱਲ ਕਰ ਲਈਏ, ਚਾਹੇ ਦਿੱਲੀ ਤੋਂ ਆਣ ਕੇ ਕੇਜਰੀਵਾਲ ਵੀ ਇੱਥੇ ਜਿਹੜਾ ਸੀ ਗਰੰਟੀਆਂ ਦੇ ਰਹੇ ਸੀ ਕਿ ਅਸੀਂ ਜਿਹੜੇ ਆ ਜੀ ਇਸ ਪਰਾਲੀ ਦਾ ਆਲਟਰਨੇਟਿਵ ਲੱਭਦੇ ਪਿਆ ਕਿ ਕਿਸੇ ਨੂੰ ਪਰਾਲੀ ਸਾੜਨੀ ਨਾ ਪਵੇ, ਪਰ ਕਾਮਯਾਬੀ ਕਿਸੇ ਨੂੰ ਵੀ ਨਹੀਂ ਮਿਲੀ, ਕਿਉਂਕਿ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਤਾਂ ਇਹ ਸਿਆਸਤ ਤੋਂ ਪ੍ਰੇਰਿਤ ਸੀ। ਤਾਂ ਹੁਣ ਦੇਖੀਏ ਕਿ ਇੱਕ ਵੱਡਾ ਬਿਆਨ ਆ ਜਿਹੜਾ ਖੇਤੀ ਮੰਤਰੀ ਤੋਮਰ ਸਾਹਿਬ ਨੇ ਦਿੱਤਾ ਵਾ ਕਿ ਜਿਹੜੇ ਆ ਪਰਾਲੀ ਸਾੜਨਾ ਹੁਣ ਜੁਰਮ ਨਹੀਂ ਹੈ। ਤਾਂ ਇੱਕ ਵੱਡੀ ਆਪਾਂ ਜੇ ਦੇਖੀਏ ਕਿ ਇਸ ਕਾਨੂੰਨਾਂ ਤੋਂ ਬਾਅਦ ਇੱਕ ਵੱਡੀ ਪ੍ਰਾਪਤੀ ਹੈ ਵੀ ਕਿਸਾਨੀ ਸੰਘਰਸ਼ ਦੀ, ਜਿਹੜਾ ਪਿਛਲੇ 1 ਸਾਲ ਤੋਂ ਚੱਲਦਾ ਪਿਆ ਵਾ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਅਜੇ ਵੀ ਜਿਹੜਾ ਵਾ MSP ਦੇ ਉੱਪਰ ਲੈ ਕੇ, ਚਾਹੇ ਕਿ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਰਾਜੀ ਹੋ ਗਈ ਹੈ ਕਿ ਅਸੀਂ MSP ਦੀ ਗਰੰਟੀ ਦੇ ਦਿੰਦੇ ਹਾਂ, ਪਰ ਕਿਸਾਨੀ ਸੰਘਰਸ਼ ਦੀ ਆਪਾਂ ਦੇਖੀਏ ਤਾਂ ਕਿਸਾਨ ਲੀਡਰਾਂ ਦੀ ਉਸ ਗੱਲ ਦਾ ਜਿਹੜਾ ਵਾ ਹਿੰਮਤ ਦੇਣੀ ਜਾਂ ਦਾਤ ਦੇਣੀ ਬਣਦੀ ਹੈ ਕਿ ਜਿਨ੍ਹਾਂ ਨੇ ਇਹ ਗੱਲ ਕੀ ਹੈ ਕਿ ਜਦੋਂ ਤੱਕ ਸੰਵਿਧਾਨਿਕ ਤੌਰ ਦੇ ਉੱਪਰ MSP ਲਾਗੂ ਨਹੀਂ ਹੋ ਜਾਂਦੀ, ਅਸੀਂ ਮੋਰਚਾ ਛੱਡ ਕੇ ਨਹੀਂ ਜਾਵਾਂਗੇ। ਉਹਦੇ ਵਿੱਚ ਅਸੀਂ ਜੇ ਆਪਾਂ ਚਾਹੇ ਜਿਹੜੇ ਟਕੈਤ ਸਾਹਿਬ ਦੀ ਗੱਲ ਕਰ ਲਈਏ, ਟਕੈਤ ਸਾਹਿਬ ਨੇ ਵੀ ਇਹੀ ਗੱਲ ਕਿਹਾ ਕਿ MSP ਜਿਹੜਾ ਕਾਨੂੰਨ ਹੈ ਕਿਸਾਨਾਂ ਦਾ ਹੱਕ ਹੈ, ਤੇ ਕਿਸਾਨਾਂ ਨੂੰ ਇਹ ਹੱਕ ਜਿਹੜਾ ਵਾ ਮਿਲਣਾ ਚਾਹੀਦਾ ਵਾ। ਜੇ ਅਸੀਂ ਪੰਜਾਬ ਦੇ ਵਿੱਚ ਉਗਰਾਹਾਂ ਸਾਹਿਬ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਇਹ ਗੱਲ ਯਕੀਨੀ ਬਣਾ ਦਿੱਤੀ ਹੈ ਆਪਣੇ ਭਾਸ਼ਣ ਦੇ ਵਿੱਚ ਕਿ ਜਦੋਂ ਤੱਕ ਸਾਡੀਆਂ ਬਾਕੀ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਅਸੀਂ ਜਿਹੜਾ ਸੰਘਰਸ਼ ਜਾਰੀ ਰੱਖਾਂਗੇ। ਤਾਂ ਕੁੱਲ ਮਿਲਾ ਕੇ ਜਿਹੜਾ ਕੇਂਦਰ ਸਰਕਾਰ ਦਾ ਇਹ ਭੁਲੇਖਾ ਸੀ ਕਿ ਚਲੋ ਅਸੀਂ ਜਿਹੜੇ ਆ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਵਾ ਪ੍ਰਧਾਨ ਮੰਤਰੀ ਸਾਹਿਬ ਨੇ, ਤਾਂ ਕਿਸਾਨਾਂ ਨੇ ਜਿਹੜਾ 2-4 ਘੰਟਿਆਂ ਦੇ ਵਿੱਚ ਸਾਰੇ ਬਾਰਡਰ ਖਾਲੀ ਕਰ ਦੇਣੇ ਨੇ, ਤੇ ਅਸੀਂ ਉਸ ਤੋਂ ਬਾਅਦ ਸੰਵਿਧਾਨਿਕ ਜਿਹੜੀ ਪ੍ਰਕਿਰਿਆ ਵਾ ਉਹ ਪੂਰੀ ਕਰਦੇ ਰਵਾਂਗੇ। ਪਰ ਸੰਵਿਧਾਨਿਕ ਪ੍ਰਕਿਰਿਆ ਪੂਰੀ ਕਰਨ ਵਾਸਤੇ ਜਿਹੜਾ ਕੇਂਦਰ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰਤੇ ਨੇ, ਪਰ ਕਿਸਾਨ ਡਟੇ ਹੋਏ ਨੇ, ਕਿਉਂਕਿ ਉਹ ਕਹਿੰਦੇ ਕਿ ਸਿਰਫ ਮਸਲਾ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ ਨਹੀਂ ਹੈ, ਮਸਲਾ MSP ਕਾਨੂੰਨ ਲਿਆਉਣ ਦਾ ਵੀ ਹੈ। ਜਿਵੇਂ ਕਾਨੂੰਨ ਰੱਦ ਕੀਤੇ ਜਾਣ ਸੰਵਿਧਾਨਿਕ ਪ੍ਰਕਿਰਿਆ ਦੇ ਨਾਲ, ਉਸੇ ਤਰ੍ਹਾਂ ਸੰਵਿਧਾਨਿਕ ਪ੍ਰਕਿਰਿਆ ਦੇ ਵਿੱਚ ਜਿਹੜਾ ਵਾ MSP ਦੇ ਉੱਪਰ ਕਾਨੂੰਨ ਬਣਾਇਆ ਜਾਵੇ, ਤਾਂ ਜੋ ਜਿਹੜਾ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ। ਤਾਂ ਕੁੱਲ ਮਿਲਾ ਕੇ ਆਪਾਂ ਦੇਖਦੇ ਹਾਂ ਕਿ ਇੱਕ ਗੱਲ ਚੱਲਦੀ ਪਈ ਸੀ ਕਿ ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਭੁਲੇਖਾ ਸੀ ਕਿ ਸਾਡਾ ਜਿਹੜਾ 7-8 ਸਾਲ ਦਾ ਰਿਕਾਰਡ ਹੈ ਕਿ ਅਸੀਂ ਜਿਹੜੇ ਆ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟੇ, ਪਰ ਉਹ ਕਿਸਾਨਾਂ ਦੇ ਜਾਂ ਪੰਥ ਦੇ ਉਸ ਗੱਲ ਨੂੰ ਵੀ ਭੁੱਲ ਗਏ ਕਿ ਪਿਛਲੇ 550 ਸਾਲ ਦਾ ਵੀ ਇਤਿਹਾਸ ਗਵਾਹ ਹੈ ਕਿ ਜਿਹੜੇ ਪੰਥ ਦੇ ਅਸਲੀ ਵਾਸੀ ਨੇ, ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ, ਉਹ ਵੀ ਕਦੀ ਪਿੱਛੇ ਹਟੇ ਨਹੀਂ ਹੈ। ਸਾਡੇ 500 ਸਾਲ ਦਾ ਰਿਕਾਰਡ ਵੀ ਬੋਲਦਾ ਪਿਆ ਵਾ। ਤਾਂ ਕੁੱਲ ਮਿਲਾ ਕੇ ਹੁਣ ਆਪਾਂ ਦੇਖਦੇ ਪਿਆ ਕਿ ਕੇਂਦਰ ਸਰਕਾਰ ਇਸ ਵੇਲੇ ਜਿਹੜੀ ਕਿਸਾਨਾਂ ਨੂੰ ਇੱਕ ਟਾਈਮ ਤੇ ਬੈਕਫੁੱਟ ਤੇ ਲਿਆ ਰਹੀ ਸੀ, ਇਹਨਾਂ ਨੂੰ ਖਾਲਿਸਤਾਨੀ, ਅੱਤਵਾਦੀ, ਨਕਲਸਵਾਦੀ ਤੇ ਹੋਰ ਪਤਾ ਨਹੀਂ ਕਿਹੜੇ ਗਿਰੇ ਹੋਏ ਸ਼ਬਦਾਂ ਦੇ ਨਾਲ, ਕਈ ਗਿਰੇ ਹੋਏ ਸ਼ਬਦਾਂ ਦੇ ਨਾਲ ਵੀ ਉਹਨਾਂ ਨੂੰ ਸੰਬੋਧਿਤ ਕਰਦੀ ਪਈ ਸੀ। ਤਾਂ ਉਹਦੇ ਵਿੱਚ ਹੁਣ ਕੇਂਦਰ ਸਰਕਾਰ ਆਪ ਘਿਰਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜਾ ਵਾ ਮੋਰਚਾ ਉਸੇ ਤਰ੍ਹਾਂ ਚੱਲਦਾ ਪਿਆ ਹੈ। 1 ਸਾਲ ਹੋਣ ਦੇ ਉੱਪਰ ਜਦੋਂ ਅਸੀਂ ਦੇਖਦੇ ਹਾਂ ਜ਼ਮੀਨੀ ਪੱਧਰ ਤੇ ਜਾ ਕੇ, ਤਾਂ ਕਿਸਾਨਾਂ ਦਾ ਉੱਥੇ ਹੜ੍ਹ ਆਇਆ ਹੋਇਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਸਾਰੇ ਪਾਸਿਆਂ ਤੋਂ ਉੱਥੇ ਉਸ ਮੋਰਚੇ ਦੇ ਵਿੱਚ ਆ ਕੇ ਉਸ ਮੋਰਚੇ ਦੀ ਜੇ ਆਪਾਂ ਕਹੀਏ ਕਿ ਸ਼ੋਭਾ ਵਧਾ ਰਹੇ ਨੇ, ਜਾਂ ਆਪਣੇ ਹੱਕਾਂ ਦੇ ਬਾਰੇ ਦੱਸਦੇ ਪਏ ਨੇ ਕਿ ਅਸੀਂ ਚਾਹੇ ਸਾਨੂੰ ਹੋਰ ਵੀ ਸਮਾਂ ਬੈਠਣਾ ਪੈ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ।
ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਅਜੇ ਵੀ ਕੇਂਦਰ ਸਰਕਾਰ ਦੇ ਕੋਲ ਟਾਈਮ ਹੈ ਕਿ ਇਸ ਸੈਸ਼ਨ ਦੇ ਵਿੱਚ ਜਦੋਂ ਕਿਸਾਨੀ ਬਿੱਲ ਵਾਪਸ ਲੈ ਜਾਣ ਦੀ ਜਿਹੜੀ ਸੰਵਿਧਾਨਿਕ ਪ੍ਰਕਿਰਿਆ ਪੂਰੀ ਕਰਨੀ ਹੈ, ਉਹਦੇ ਨਾਲ ਹੀ ਜਿਹੜਾ MSP ਦੇ ਉੱਪਰ ਹੈ ਜਿਹੜਾ ਕਾਨੂੰਨ ਬਣਾ ਦਿੱਤਾ ਜਾਵੇ, ਤਾਂ ਜੋ ਕਿਸਾਨ ਵੀ ਜਿਹੜੇ ਆ ਆਪਣੇ ਘਰਾਂ ਨੂੰ ਵਾਪਸ ਕਰ ਸਕਣ। ਕਿਉਂਕਿ 1 ਸਾਲ ਦਾ ਲੰਮਾ ਸਮਾਂ ਜਿਹੜਾ ਕਿਸਾਨਾਂ ਨੇ ਉਸ ਸਰਜ਼ਮੀਨ ਦੇ ਉੱਪਰ ਹੰਢਾਇਆ ਵਾ, ਉਹਦੇ ਵਿੱਚ ਆਪਾਂ ਦੇਖੀਏ ਕਿ ਗਰਮੀਆਂ ਵੀ ਦੇਖੀਆਂ, ਸਰਦੀਆਂ ਵੀ ਦੇਖੀਆਂ, ਬਰਸਾਤਾਂ ਵੀ ਦੇਖੀਆਂ, ਬਰਫੀਲੀਆਂ ਹਵਾਵਾਂ ਵੀ ਉਹਨਾਂ ਨੇ ਝੱਲੀਆਂ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਜਿਸ ਨੇ 3 ਕਾਲੇ ਕਾਨੂੰਨ ਵਾਪਸ ਲੈਣ ਦੇ ਉੱਪਰ 1 ਸਾਲ ਦਾ ਸਮਾਂ ਲਗਾ ਦਿੱਤਾ, ਜਿਹਦੇ ਵਿੱਚ ਸੈਂਕੜੇ ਜਾਨਾਂ ਗਈਆਂ ਤੇ ਬਹੁਤ ਜ਼ਿਆਦਾ ਆਰਥਿਕ ਪੱਧਰ ਦੇ ਉੱਪਰ ਵੀ ਨੁਕਸਾਨ ਹੋਇਆ, ਤੇ ਸਰਕਾਰ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਬਹੁਤ ਮਾੜਾ ਗਿਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਸ ਮੁਲਕ ਦੀ ਬਦਨਾਮੀ ਹੋਈ ਇੱਕ ਸਰਕਾਰ ਦੇ ਇਹਨਾਂ ਕਾਲੇ ਕਾਨੂੰਨਾਂ ਦੇ ਕਰਕੇ। ਤਾਂ ਹੁਣ ਦੇਖਣਾ ਹੋਏਗਾ ਕਿ ਸਰਕਾਰ ਕੀ ਅਜੇ ਵੀ ਜਿਹੜੀ ਹੈ ਸੁਧਰਦੀ ਹੈ, MSP ਦੀ ਗਰੰਟੀ ਦੇ ਕੇ ਜਿਹੜਾ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਵੱਲ ਚਾਲੇ ਪਾਉਣ ਦੇ ਲਈ ਮਤਲਬ ਇਹੋ ਜਿਹੇ ਜਿਹੜੇ ਵਾਤਾਵਰਨ ਤਿਆਰ ਕਰਦੀ ਹੈ ਕਿ ਅਜੇ ਵੀ ਜਿਹੜੀ ਆ ਸਰਕਾਰ ਅੜ ਕੇ ਜਿਹੜਾ ਵਾ ਕਿਸਾਨਾਂ ਨੂੰ ਹੋਰ ਬੈਠਣ ਤੇ ਮਜਬੂਰ ਕਰ ਦੇਵੇਗੀ। ਪਰ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਚਾਹੇ 1 ਸਾਲ ਲੰਘ ਗਿਆ, ਚਾਹੇ ਹੋਰ ਵੀ ਸਮਾਂ ਲੰਘ ਜਾਵੇ, ਜਿਹੜਾ ਕਿਸਾਨਾਂ ਦਾ ਹੌਸਲਾ ਵਾ ਉਹ ਇਹ ਗੱਲ ਕਹਿ ਰਿਹਾ ਵਾ ਕਿ ਅਸੀਂ MSP ਦੀ ਗਰੰਟੀ ਲਿੱਤੇ ਬਿਨਾ ਵਾਪਸ ਨਹੀਂ ਜਾਵਾਂਗੇ। ਤਾਂ ਇਸ ਮਸਲੇ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਪਏ, ਸਾਰੇ ਮਸਲੇ ਦੇ ਵਿੱਚੋਂ ਇੱਕ ਜਿਹੜਾ ਪੱਖ ਹੋਰ ਨਿਕਲ ਕੇ ਸਾਹਮਣੇ ਆ ਰਿਹਾ ਵੈ, ਉਹ ਪੱਖ ਸਾਹਮਣੇ ਆ ਰਿਹਾ ਵੈ ਕਿ ਕੀ ਜਿਹੜੇ ਕਿਸਾਨੀ ਲੀਡਰ ਹਨ ਉਹ ਚੋਣਾਂ ਲੜਨਗੇ ਜਾਂ ਨਹੀਂ। ਤਾਂ ਇਸ ਸਵਾਲ ਦੇ ਜਵਾਬ ਦੇ ਵਿੱਚ ਆਪਾਂ ਦੇਖੀਏ, ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਚੜੂਨੀ ਸਾਹਿਬ ਦੀ। ਚੜੂਨੀ ਸਾਹਿਬ ਕਾਫੀ ਸਮਾਂ ਪਹਿਲਾਂ ਤੋਂ ਇਹ ਗੱਲ ਸਾਫ਼ ਕਰ ਚੁੱਕੇ ਨੇ ਕਿ ਉਹ ਜਿਹੜੇ ਨੇ ਚੋਣਾਂ ਲੜਨ ਦੇ ਹੱਕ ਦੇ ਵਿੱਚ ਹੈਗੇ ਨੇ। ਚਾਹੇ ਕਿ ਕਿਸਾਨ ਮੋਰਚਾ ਇਹ ਗੱਲ ਪਹਿਲਾਂ ਕਹਿੰਦਾ ਰਿਹਾ ਕਿ ਇਹ ਚੜੂਨੀ ਸਾਹਿਬ ਦਾ ਨਿੱਜੀ ਫੈਸਲਾ ਹੋ ਸਕਦਾ ਵਾ, ਸੰਯੁਕਤ ਕਿਸਾਨ ਮੋਰਚੇ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਉਂਕਿ ਚੜੂਨੀ ਸਾਹਿਬ ਆਪਾਂ ਦੇਖੀਏ ਹਰਿਆਣਾ ਦੇ ਵਿੱਚ ਇੱਕ ਵਾਰੀ ਚੋਣ ਲੜ ਵੀ ਚੁੱਕੇ ਨੇ, ਚਾਹੇ ਕਿ ਉਹਨਾਂ ਉਸ ਚੋਣ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਚੜੂਨੀ ਸਾਹਿਬ ਦੀ ਜੇ ਆਪਾਂ ਮੰਨੀਏ ਤਾਂ ਉਹਨਾਂ ਨੇ ਇਹ ਗੱਲ ਕਰ ਦਿੱਤੀ ਹੈ ਕਿ ਜਦੋਂ ਤੱਕ ਸਾਡੇ ਕੋਲ ਸੱਤਾ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਵਾ ਅਸੀਂ ਕਾਮਯਾਬ ਨਹੀਂ ਹੋ ਸਕਦੇ। ਤਾਂ ਇਸ ਗੱਲ ਨੂੰ ਹੀ ਅੱਗੇ ਵਧਾਇਆ ਵਾ ਉਸ ਮੋਰਚੇ ਦੇ ਵਿੱਚ ਬੈਠੇ ਲੱਖਾ ਸਿਧਾਨਾ ਨੇ। ਲੱਖਾ ਸਿਧਾਨਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਜਿਹੜਾ ਪਹਿਲੇ ਨੰਬਰ ਤੇ ਮੋਰਚਾ ਸੀ, ਮੋਰਚਾ ਲਗਭਗ ਹੁਣ ਫਤਿਹ ਹੋ ਚੁੱਕਾ ਵਾ, ਕਿਉਂਕਿ ਵੱਡੀ ਪ੍ਰਾਪਤੀ ਮੋਰਚੇ ਦੀ ਹੋ ਗਈ ਹੈ। ਤਾਂ ਉਹ ਆਉਂਦੇ ਸਮੇਂ ਦੇ ਵਿੱਚ ਚੋਣਾਂ ਲੜ ਸਕਦੇ ਨੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਵੀ ਜਿਹੜੇ ਲੱਖਾ ਸਿਧਾਨਾ ਨੇ ਇਹ ਗੱਲ ਕੀਤੀ ਕਿ ਜਿਹੜਾ ਵਾ ਮੈਂ ਆਪਣੇ ਹਲਕੇ ਤੋਂ ਚੋਣ ਲੜਾਂਗਾ, ਕਿਉਂਕਿ ਚੋਣ ਜਾਂ ਰਾਜਨੀਤੀ ਮੇਰੇ ਵਾਸਤੇ ਨਵੀਂ ਨਹੀਂ ਹੈ। ਕਿਉਂਕਿ ਸਾਨੂੰ ਯਾਦ ਹੋਵੇਗਾ ਕਿ ਜਿਹੜੇ ਲੱਖਾ ਸਿਧਾਨਾ ਦੀ ਜਦੋਂ ਅਸੀਂ ਪਰਿਵਾਰਕ ਪਿਛੋਕੜ ਨੂੰ ਵੀ ਦੇਖੀਏ ਤਾਂ ਪਰਿਵਾਰਕ ਪਿਛੋਕੜ ਵੀ ਜਿਹੜਾ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਵਾ। ਲੱਖਾ ਸਿਧਾਨਾ ਦੇ ਜਿਹੜੇ ਮਾਤਾ ਜੀ ਨੇ ਉਹ ਜਿਹੜੇ ਨੇ ਆਪਾਂ ਗੱਲ ਕਰੀਏ ਕਿ ਸਰਬਸੰਮਤੀ ਦੇ ਨਾਲ ਸਰਪੰਚ ਵੀ ਚੁਣੇ ਗਏ ਸਨ। ਉਸ ਤੋਂ ਬਾਅਦ ਜੇ ਆਪਾਂ ਲੱਖਾ ਸਿਧਾਨਾ ਦੀ ਗੱਲ ਕਰੀਏ ਤਾਂ ਲੱਖਾ ਸਿਧਾਨਾ ਨੇ 2012 ਦੇ ਵਿੱਚ ਰਾਮਪੁਰਾ ਫੂਲ ਤੋਂ ਚੋਣ ਲੜੀ ਸੀ। ਉਦੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀ ਸੀ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ PPP ਪਾਰਟੀ ਬਣਾਈ ਸੀ, ਉਸ ਪਾਰਟੀ ਵੱਲੋਂ ਚੋਣ ਨਿਸ਼ਾਨ ਪਤੰਗ ਦੇ ਨਾਮ ਦੇ ਉੱਪਰ ਚੋਣ ਲੜੀ ਸੀ। ਚਾਹੇ ਕਿ ਉਸ ਚੋਣ ਦੇ ਵਿੱਚ ਲੱਖਾ ਸਿਧਾਨਾ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ, ਉਹ ਤੀਜੇ ਨੰਬਰ ਤੇ ਆਏ ਸਨ। ਸੀਟ ਸੀ ਜਿਹੜੀ ਜੇ ਆਪਾਂ ਕਹੀਏ ਕਿ ਚੋਣ ਸਿਕੰਦਰ ਸਿੰਘ ਮਲੂਕਾ ਜਿੱਤ ਜਾਂਦੇ ਨੇ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ। ਤਾਂ ਲੱਖਾ ਸਿਧਾਨਾ ਨੂੰ ਉਹਨਾਂ ਚੋਣਾਂ ਦੇ ਵਿੱਚ 10,000 ਦੇ ਕਰੀਬ ਵੋਟਾਂ ਪਈਆਂ ਸਨ, ਜਿਹੜਾ ਕਿ ਕੁੱਲ ਵੋਟ ਦਾ ਤਕਰੀਬਨ ਆਪਾਂ ਗੱਲ ਕਰ ਲਈਏ 7.5% ਬਣਦਾ ਸੀ। ਪਰ ਹੁਣ ਆਪਾਂ ਪਿਛਲੇ 1 ਸਾਲ ਤੋਂ ਦੇਖਦੇ ਪਿਆ ਕਿ ਜਿਹੜਾ ਲੱਖਾ ਸਿਧਾਨਾ ਦੀ ਜਿਹੜੀ ਫੈਨ ਫੋਲੋਇੰਗ ਵਧੀ ਆ ਜਾਂ ਜਿਹੜਾ ਇੱਕ ਉਹਨਾਂ ਦਾ ਆਧਾਰ ਕੱਦ ਵਧਿਆ ਵਾ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੂੰ ਵੀ ਹੁਣ ਫਿਕਰ ਪੈ ਗਿਆ ਹੈ ਕਿ ਹੁਣ ਇਸ ਤੋਂ ਅੱਗੇ ਕੀ ਕੀਤਾ ਜਾਏਗਾ। ਇਹ ਲੱਖਾ ਸਿਧਾਨਾ ਨੇ ਇਹ ਵੀ ਗੱਲ ਕਲੀਅਰ ਕਰ ਦਿੱਤੀ ਕਿ ਉਹ ਮੁਫਤ ਦੀ ਰਾਜਨੀਤੀ ਤੋਂ ਦੂਰ ਰਹਿਣਗੇ, ਕਿਉਂਕਿ ਉਹਨਾਂ ਦੀ ਗੱਲ ਸੀ ਕਿ ਕਿਤੇ ਨਾ ਕਿਤੇ ਪਹਿਲਾਂ ਮੈਨੂੰ ਲੱਗਦਾ ਪਿਆ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਸਿਆਸਤ ਬਦਲਣ ਆਏ ਨੇ, ਪਰ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਮੁਫਤ ਦੀਆਂ ਚੀਜ਼ਾਂ ਦੀ ਰਾਜਨੀਤੀ ਕਰਦੀ ਪਈ ਆ ਕਿ ਅਸੀਂ ਕਦੀ ਤੁਹਾਨੂੰ 300 ਯੂਨਿਟ ਬਿਜਲੀ ਦੇ ਦਿਆਂਗੇ, ਕਦੀ 1000 ਰੁਪਇਆ ਤੁਹਾਡੇ ਅਕਾਊਂਟ 'ਚ ਪਾ ਦਿਆਂਗੇ। ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਵਾ ਇਹਨਾਂ ਸਰਕਾਰਾਂ ਨੇ, ਉਹੀ ਕਿਤੇ ਨਾ ਕਿਤੇ ਰਾਜਨੀਤੀ ਆ ਜਿਹੜੀ ਇਸ ਵੇਲੇ ਆਮ ਆਦਮੀ ਪਾਰਟੀ ਵੀ ਕਰਦੀ ਨਜ਼ਰ ਆ ਰਹੀ ਹੈ। ਤਾਂ ਲੱਖਾ ਸਿਧਾਨਾ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੀ ਕਿਤੇ ਨਾ ਕਿਤੇ ਵੱਡਾ ਹਮਲਾ ਕੀਤਾ ਤੇ ਕਿਹਾ ਕਿ ਉਹਨਾਂ ਦੀ ਜਿਹੜੀ ਉਮੀਦ ਸੀ ਜਾਂ ਇੱਕ ਆਸ ਸੀ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਚੰਗਾ ਕੰਮ ਕਰੇਗੀ, ਉਹ ਉਮੀਦਾਂ ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ। ਤਾਂ ਜਿਹੜਾ ਲੱਖਾ ਸਿਧਾਨਾ ਦੀ ਆਪਾਂ ਗੱਲ ਕਰੀਏ ਕਿ ਉਹ ਜਿਹੜਾ ਮੰਚ ਦੇ ਉੱਪਰ ਜਦੋਂ ਬੋਲਦੇ ਨੇ ਤਾਂ ਆਪਣੇ
ਭਾਸ਼ਣ ਦੇ ਰਾਹੀਂ ਸਭ ਨੂੰ ਕੀਲਣ ਦੀ ਜਿਹੜੀ ਆ ਉਹ ਸਮਰੱਥਾ ਲੱਖਾ ਸਦਾਨਾ ਰੱਖਦੇ ਨੇ। ਤਾਂ ਆਪਾਂ ਦੇਖਦੇ ਪਿਆ ਕਿ ਇੱਥੋਂ ਜਿਹੜੀ ਆ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਨੇ ਨਿਕਲ ਸਕਦੀਆਂ ਨੇ, ਕਿਉਂਕਿ ਲੱਖਾ ਸਦਾਨਾ ਦੀ ਜੇ ਅਸੀਂ ਗੱਲ ਕਰੀਏ ਜਾਂ ਚੜੂਨੀ ਸਾਹਿਬ ਦੀ ਗੱਲ ਕਰੀਏ, ਇੱਥੇ ਜਿਹੜਾ ਵਾ ਇੱਕ ਪੰਜਾਬੀ ਗਾਇਕ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਆਧਾਰ ਰੱਖਦਾ ਵਾ, ਬੱਬੂ ਮਾਨ ਵੀ ਆਪਾਂ ਦੇਖਦੇ ਹਾਂ ਕਿ ਮੋਰਚੇ ਦੇ ਨਾਲ ਲਗਾਤਾਰ ਜੁੜਿਆ ਹੋਇਆ ਵਾ। ਚਾਹੇ ਕਿ ਹੋਰ ਗਾਇਕ ਵੀ ਸਮੇਂ ਤੇ ਆਉਂਦੇ ਰਹੇ ਨੇ, ਚਾਹੇ ਅਸੀਂ ਅਰਵਿੰਦਰ ਗਰੇਵਾਲ ਦੀ ਗੱਲ ਕਰ ਲਈਏ, ਚਾਹੇ ਅਸੀਂ ਦੂਜਿਆਂ ਗਾਇਕਾਂ ਦੀ ਗੱਲ ਕਰ ਲਈਏ, ਚਾਹੇ ਕਿ ਗੁਰਦਾਸ ਮਾਨ ਵਰਗਿਆਂ ਨੂੰ ਇਸ ਜੇ ਆਪਾਂ ਕਹੀਏ ਕਿ ਸੰਘਰਸ਼ ਦੇ ਵਿੱਚੋਂ ਜਿਹੜੀ ਸੀ ਮੂੰਹ ਦਿਖਾ ਕੇ ਵਾਪਸ ਜਾਣਾ ਪਿਆ ਸੀ। ਪਰ ਬੱਬੂ ਮਾਨ ਦਾ ਜਿਹੜਾ ਆਧਾਰ ਹੈ ਮੋਰਚੇ ਦੇ ਵਿੱਚ ਕਾਫੀ ਮਜ਼ਬੂਤ ਹੈ। ਤਾਂ ਬੱਬੂ ਮਾਨ ਨੇ ਇੱਥੇ ਇੱਕ ਬਹੁਤ ਵੱਡੀ ਗੱਲ ਕੀਤੀ ਸੀ ਇੱਕ ਵਾਰੀ ਮੰਚ ਦੇ ਉੱਪਰ ਕਿ ਚਲੋ ਮੋਰਚਾ ਤੇ ਅਸੀਂ ਜਿੱਤ ਹੀ ਜਾਣਾ ਵਾ, ਅੱਜ ਨਹੀਂ ਤੇ ਕੱਲ। ਉਦੋਂ ਜਿਹੜੇ ਬਿੱਲ ਵਾਪਸ ਨਹੀਂ ਸਨ ਹੋਏ, ਉਸ ਵੇਲੇ ਬੱਬੂ ਮਾਨ ਨੇ ਇਹ ਗੱਲ ਕੀਤੀ ਸੀ ਕਿ ਚਲੋ ਮੋਰਚਾ ਤਾਂ ਭਾਈ ਅਸੀਂ ਜਿੱਤ ਹੀ ਜਾਣਾ ਵਾ, ਹੁਣ ਆਪਾਂ ਇੱਕ ਫੈਸਲਾ ਕਰ ਲਈਏ ਕਿ ਆਪਾਂ ਬੱਤੀਆਂ ਤੋਂ ਇੱਕ ਕਦੋਂ ਹੋਣਾ ਵਾ। ਕਹਿਣ ਦਾ ਭਾਵ ਕਿ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਭਾਗਾਂ ਦੇ ਵਿੱਚ ਵੰਡੀਆਂ ਹੋਈਆਂ ਨੇ, ਵੱਖ-ਵੱਖ ਝੰਡਿਆਂ ਦੇ ਹੇਠ ਆਪਣਾ ਕੰਮ ਕਰਦੀਆਂ ਪਈਆਂ ਨੇ, ਤੇ ਇਸ ਮੌਕੇ ਦੇ ਉੱਪਰ ਜਦੋਂ ਮੁਸ਼ਕਲ ਪਈ ਆ ਸਾਰੀਆਂ ਇਕੱਠੀਆਂ ਹੋਈਆਂ ਨੇ, ਤਾਂ ਹੁਣ ਸਾਨੂੰ ਹਮੇਸ਼ਾ ਵਾਸਤੇ ਜਿਹੜਾ ਇੱਕ ਝੰਡੇ ਥੱਲੇ ਆ ਜਾਣਾ ਚਾਹੀਦਾ ਵੈ। ਤਾਂ ਲੱਗਦਾ ਪਿਆ ਵਾ ਕਿ ਬੱਬੂ ਮਾਨ ਦੀਆਂ ਜਿਹੜੇ ਕਹੇ ਬੋਲ ਨੇ ਉਹਨਾਂ ਨੂੰ ਵੀ ਜਿਹੜਾ ਬੂਰ ਪੈ ਸਕਦਾ ਵੈ, ਕਿਉਂਕਿ ਬੱਬੂ ਮਾਨ ਦੀ ਅਸੀਂ ਜਦੋਂ ਗੱਲ ਸੁਣਦੇ ਹਾਂ ਤਾਂ ਬੜੇ ਉਹ ਜਿਹੜੇ ਸਕਾਰਾਤਮਕ ਪੱਖ ਦੇ ਵਿੱਚ ਹਰ ਗੱਲ ਕਰਦੇ ਨੇ, ਪੋਜ਼ਿਟਿਵ ਵੇ ਦੇ ਵਿੱਚ ਹਰ ਗੱਲ ਕੀਤੀ ਹੈ ਉਹਨਾਂ ਨੇ ਇਸ ਮੋਰਚੇ ਦੇ ਵਿੱਚ। ਤਾਂ ਕੁੱਲ ਮਿਲਾ ਕੇ ਲੱਗਦਾ ਪਿਆ ਵਾ ਕਿ ਜਿੱਥੋਂ ਇਸ ਮੋਰਚੇ ਤੋਂ ਇੱਕ ਸਿਆਸੀ ਜਿਹੜੀ ਪਾਰੀਆਂ ਦੇ ਆਗਾਜ਼ ਹੋਣਗੇ ਕੁਝ ਨੇਤਾਵਾਂ ਦੇ, ਜਾਂ ਇਹ ਵੀ ਸੰਭਵ ਹੈ ਕਿ ਇੱਕ ਸਿਆਸੀ ਪਾਰਟੀ ਦਾ ਵੀ ਆਗਾਜ਼ ਹੋ ਸਕਦਾ ਵਾ ਇਹਦੇ ਨਾਲ। ਬੱਬੂ ਮਾਨ ਦੇ ਜੇ ਆਪਾਂ ਗੱਲ ਕਰੀਏ ਉਸ ਗੱਲ ਨੂੰ ਕਿ ਬੱਤੀਆਂ ਤੋਂ ਇੱਕ ਕਦੋਂ ਹੋਣਾ ਵਾ, ਉਸ ਨੂੰ ਵੀ ਬੂਰ ਪੈਣ ਦਾ ਜਿਹੜਾ ਵਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਵਾ, ਜਾਂ ਨਜ਼ਰ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਤਾਂ ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਿਕਚਰ ਕਲੀਅਰ ਹੋ ਜਾਏਗੀ ਕਿ ਜਿਹੜੇ ਬਾਕੀ ਦੇ ਕਿਸਾਨ ਨੇਤਾ ਨੇ ਉਹਨਾਂ ਦਾ ਚੋਣਾਂ ਦੇ ਬਾਰੇ ਕੀ ਵਿਚਾਰ ਹੈ, ਕਿਉਂਕਿ ਟਕੈਤ ਸਾਹਿਬ ਵੀ ਇਹ ਗੱਲ ਕਲੀਅਰ ਕਰ ਚੁੱਕੇ ਆ ਕਿ ਭਾਈ ਅਸੀਂ ਚੋਣਾਂ ਤਾਂ ਹੁਣ ਲੜਨੀਆਂ ਹੀ ਨੇ। ਲੱਖਾ ਸਦਾਨਾ ਨੇ ਵੀ ਇਸ ਮਸਲੇ ਦੇ ਉੱਪਰ ਖੁੱਲ੍ਹ ਕੇ ਗੱਲ ਕੀਤੀ ਸੀ, ਤਾਂ ਉਹਨਾਂ ਨੇ ਵੀ ਲੱਖਾ ਸਦਾਨਾ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਕਿ ਜਦੋਂ ਤੱਕ ਅਸੀਂ ਚੋਣਾਂ ਲੜ ਕੇ ਸੱਤਾ ਹਾਸਲ ਨਹੀਂ ਕਰਦੇ ਉਦੋਂ ਤੱਕ ਸਾਡਾ ਕੁਝ ਨਹੀਂ ਹੋਣਾ। ਲੱਖਾ ਸਦਾਨਾ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਭਾਈ ਅਸੀਂ ਸਾਲ ਤੋਂ ਜਿਹੜੇ ਇੱਥੇ ਧੱਕੇ ਖਾ ਰਹੇ ਹਾਂ, ਖੱਜਲ ਖੁਆਰ ਹੋ ਰਿਹਾ, ਪਰੇਸ਼ਾਨ ਹੋ ਰਿਹਾ, ਕਾਹਦੇ ਵਾਸਤੇ ਹੋ ਰਿਹਾ ਕਿ ਅਸੀਂ ਫਿਰ ਕੱਲ੍ਹ ਨੂੰ ਇਹਨਾਂ ਨੂੰ ਬਾਦਲ ਕਿਆਂ ਨੂੰ ਜਾਂ ਕਾਂਗਰਸ ਵਾਲਿਆਂ ਨੂੰ ਜਿਹੜੀ ਹੈ ਸੱਤਾ ਸੰਭਾਲ ਦਈਏ, ਤਾਂ ਫਿਰ ਫਾਇਦਾ ਕੀ ਹੋਇਆ ਸਾਨੂੰ ਇੱਥੇ ਆਣ ਕੇ ਆਪਣੀਆਂ ਜਿਹੜੇ ਨੇ ਸੈਂਕੜੇ ਕਿਸਾਨਾਂ ਦੀ ਸ਼ਹਾਦਤ ਦਾ ਵੀ, ਜੇ ਅਸੀਂ ਖੁਦ ਪਾਵਰ ਹੀ ਨਾ ਲਿੱਤੀ। ਅਸੀਂ ਜਦੋਂ ਦੇਖਦੇ ਹਾਂ ਇੱਕ ਫਲਸਫੇ ਦੇ ਵਿੱਚ ਜਾ ਕੇ ਦੇਖੀਏ ਤਾਂ ਮਾਰਕਸਿਜ਼ਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਰਕਸਿਜ਼ਮ ਦੇ ਵਿੱਚ ਕਾਰਲ ਮਾਰਕਸ ਵੀ ਇਹੀ ਗੱਲ ਕਰਦੇ ਨੇ ਕਿ ਜਦੋਂ ਤੱਕ ਜਿਹੜੀ ਸੱਤਾ ਹੈ ਉਹ ਕਾਮਿਆਂ ਦੇ ਹੱਥਾਂ ਦੇ ਵਿੱਚ ਨਹੀਂ ਆਉਂਦੀ, ਚਾਹੇ ਕਾਮਾ ਗੋਰਾ ਹੋਵੇ ਚਾਹੇ ਕਾਮਾ ਕਾਲਾ ਹੋਵੇ, ਕਾਮਾ ਹੀ ਹੁੰਦਾ ਵਾ, ਚਾਹੇ ਉਹ ਗੋਰਾ ਹੋਵੇ ਚਾਹੇ ਕਾਲਾ ਹੋਵੇ, ਜਦੋਂ ਤੱਕ ਸੱਤਾ ਕਾਮਿਆਂ ਦੇ ਹੱਥਾਂ ਦੇ ਵਿੱਚ ਨਹੀਂ ਹੁੰਦੀ, ਪੂੰਜੀਪਤੀਆਂ ਦੇ ਹੱਥੋਂ ਨਹੀਂ ਜਾਂਦੀ, ਉਦੋਂ ਤੱਕ ਜਿਹੜਾ ਕਾਮੇ ਵਰਗ ਦਾ, ਮਜ਼ਦੂਰ ਵਰਗ ਦਾ ਭਲਾ ਨਹੀਂ ਹੋ ਸਕਦਾ। ਤਾਂ ਇਹ ਕਿਉਂਕਿ ਇਹ ਆਪਾਂ ਦੇਖਦੇ ਪਿਆ ਕਾਰਲ ਮਾਰਕਸ ਦੀ ਵੀ ਇੱਥੇ ਜਦੋਂ ਆਪਾਂ ਗੱਲ ਕਰ ਲੈਂਦੇ ਹਾਂ ਜ਼ਰੂਰੀ ਬਣ ਜਾਂਦੀ, ਕਿਉਂਕਿ ਇਹ ਮੋਰਚਾ ਕਿਸਾਨਾਂ ਨੇ ਜਿਹੜਾ ਵਾ ਸਾਰਿਆਂ ਦੇ ਲਈ ਲੜਿਆ ਵਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਇੱਥੇ ਸਾਨੂੰ ਨਾਅਰੇ ਦੇਖਣ ਨੂੰ ਮਿਲੇ ਨੇ, ਕਿਉਂਕਿ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਹੈ। ਇਹ ਸਾਰਾ ਜਿਹੜਾ ਕਿਸਾਨਾਂ ਨੇ ਆਪਣੇ ਪਿੰਡੇ ਦੇ ਉੱਪਰ ਹੰਢਾਇਆ ਜਾਂ ਮਜ਼ਦੂਰਾਂ ਨੇ ਆਪਣੇ ਪਿੰਡੇ ਦੇ ਉੱਪਰ ਹੰਢਾਇਆ, ਸਿਰਫ ਆਪਣੇ ਵਾਸਤੇ ਨਹੀਂ ਬਲਕਿ ਸਾਰੇ ਜਿਹੜੇ ਸਮਾਜ ਵਾਸਤੇ ਹੰਢਾਇਆ। ਭਾਵੇਂ ਸਮਾਜ ਦਾ ਕੋਈ ਵਰਗ ਇਸ ਗੱਲ ਨੂੰ ਮੰਨੇ ਚਾਹੇ ਨਾ ਮੰਨੇ, ਪਰ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੈ ਸਹੀ ਅਰਥਾਂ ਦੇ ਵਿੱਚ ਕਿ ਕਿਸਾਨਾਂ ਨੇ ਆਪਣੀ ਲੜਾਈ ਨਹੀਂ ਲੜੀ, ਆਪਣੇ ਸਮਾਜ ਦੀ ਲੜਾਈ ਲੜੀ ਹੈ ਆਪਣੇ ਸਿਰ ਦੇ ਉੱਪਰ। ਤਾਂ ਦੇਖਦੇ ਹਾਂ ਕਿ ਇਹ ਜਿਹੜੇ ਕਿਸਾਨੀ ਜਿਹੜੇ ਨੇ ਮੋਰਚੇ ਦੇ ਵਿੱਚ ਜਿਹੜਾ 1 ਸਾਲ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵੀ ਸ਼ੁਰੂ ਹੁੰਦੀਆਂ ਨੇ, ਇਹ ਰਾਜਨੀਤੀ ਦੇ ਸਮੀਕਰਨ ਕਿਸ ਤਰ੍ਹਾਂ ਦੇ ਨਾਲ ਬਦਲਦੇ ਨੇ ਤੇ ਸਮਾਜ ਦੇ ਉੱਪਰ ਇਹਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਵਾ। ਤਾਂ ਇਹਦਾ ਆਪਾਂ ਨੂੰ ਆਉਣ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਨਤੀਜੇ ਦੇਖਣ ਨੂੰ ਮਿਲਣਗੇ।